ਅੱਜ 21 ਅਗਸਤ 2022 ਐਤਵਾਰ ਕੈਨੇਡਾ ਦੇ ਟਾਈਮ 10 ਵਜੇ ਅਸੀਂ ਜਿਹੜਾ ਸੈਮੀਨਾਰ ਸ਼ੁਰੂ ਕਰਨ ਜਾ ਰਹੇ ਹਾਂ। ਔਰ ਸਾਰੇ ਜਿਹੜੇ ਸਾਡੇ ਲਿਸਨਰ ਵੀ ਹੈਗੇ ਆ ਤੇ ਸਾਡੇ ਪਾਰਟਿਸਪੈਂਟ ਵੀ ਉਹ ਪਹੁੰਚ ਚੁੱਕੇ ਆ। ਔਰ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਆ। ਅੱਜ ਦਾ ਜਿਹੜਾ ਸੈਮੀਨਾਰ ਹੈਗਾ ਆ, ਇਹ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਦੋ ਗੱਲਾਂ ਇਹਦੇ ਬਾਰੇ ਦੱਸ ਦੇਵਾਂ ਕਿ ਆਉਣ ਵਾਲੇ ਜਿਹੜੇ ਪ੍ਰੋਗਰਾਮ ਹੈਗੇ ਆ ਇੰਡੀਆ ਦੇ ਵਿੱਚ ਵੀ ਹੋਣੇ ਆ ਤੇ ਸਾਡੇ ਬਾਹਰ ਵੀ ਚੱਲਦੇ ਹੈਗੇ ਆ। ਉਹਨਾਂ ਦੀ ਸ਼ੁਰੂਆਤ ਅਸੀਂ ਕਰਨੀ ਚਾਹੁੰਦੇ ਹਾਂ ਔਰ ਇਹ ਸੇਧ ਲੈਣੀ ਚਾਹੁੰਦੇ ਹੈਗੇ ਆ ਇਸ ਸੈਮੀਨਾਰ ਤੋਂ ਕਿ ਅਸੀਂ ਜਿਹੜੀ ਮੁੱਢਲੀ ਸਿੱਖਿਆ ਬਾਰੇ ਗੱਲਬਾਤ ਕਰ ਰਹੇ ਆ ਉਹਦੀ ਕੀ ਬੁਨਿਆਦ ਹੈਗੀ ਆ, ਉਹਦੇ ਕੀ ਜਿਹੜੇ ਹੈਗੇ ਆ ਏਜੰਡੇ ਹੋਣੇ ਚਾਹੀਦੇ ਆ, ਉਹਦੇ ਕੀ ਥੰਮ ਹੋਣੇ ਚਾਹੀਦੇ ਆ ਜਿਹਨਾਂ ਨੂੰ ਅਸੀਂ ਅੱਜ ਲੈ ਕੇ ਚੱਲਣਾ ਤੇ ਅੱਜ ਉਹਨਾਂ ਦਾ ਨਿਰੀਖਣ ਕਰਨਾ ਆ। ਔਰ ਸਾਡੇ ਨਾਲ ਬਹੁਤ ਹੀ ਸੂਝਵਾਨ ਬੁਲਾਰੇ ਜੁੜੇ ਹੋਏ ਆ। ਔਰ ਮੈਂ ਬੇਨਤੀ ਕਰਾਂਗਾ ਕਿ ਜਿਹੜੇ ਉਹਨਾਂ ਦੇ ਵਿਸ਼ੇ ਹੈਗੇ ਆ ਉਹਨਾਂ ਨੂੰ ਬਿਲਕੁਲ ਉਹ ਸਿਰਤਾ ਦੇ ਨਾਲ ਲੈਣ ਔਰ ਆਪਣੇ ਟਾਈਮ ਦੇ ਵਿੱਚ ਹੀ ਜਿਹੜਾ ਹੈਗਾ ਉਹ ਆਪਣਾ ਵਿਚਾਰ ਜਿਹੜੇ ਹੈਗੇ ਆ ਉਹ ਦੇਣਗੇ। ਔਰ ਸਭ ਤੋਂ ਪਹਿਲਾਂ ਸਾਡੇ ਪਾਸ ਡਾਕਟਰ ਮੁਜਾਹਿਦਾ ਭੱਟ, HOD ਪੰਜਾਬੀ ਵਿਭਾਗ, ਵੂਮਨ ਕਾਲਜ ਯੂਨੀਵਰਸਿਟੀ ਲਾਹੌਰ, ਉਹ ਪਹੁੰਚੇ ਹੋਏ ਨੇ। ਔਰ ਉਹਨਾਂ ਨੇ ਜਿਹੜੀ ਮੁੱਢਲੀ ਵਿੱਦਿਆ ਕੀ ਹੁੰਦੀ ਆ ਇਹਦੇ ਬਾਰੇ ਉਹਨਾਂ ਨੇ ਵਿਚਾਰ ਕਰਨਾ ਹੈ। ਉਹਨਾਂ ਦਾ ਜਿਹੜਾ ਲੇਖ ਹੈਗਾ ਆ, ਉਹਨਾਂ ਦੀ ਸਪੀਚ ਹੈਗੀ ਆ ਮੁੱਢਲੀ ਵਿੱਦਿਆ ਤੇ ਆ ਕਿ ਇਹਦੀ ਕੀ ਜ਼ਰੂਰਤ ਹੈਗੀ ਆ, ਮੁੱਢਲੀ ਵਿੱਦਿਆ ਹੁੰਦੀ ਕੀ ਹੈਗੀ ਆ, ਉਹਨੂੰ ਉਹ ਕਰਨਗੇ ਕਲੀਅਰ ਕਿ ਸਾਨੂੰ ਇਹ ਕਦੋਂ ਤੇ ਕਿਸ ਤਰ੍ਹਾਂ ਇਹ ਕਰਨੀ ਚਾਹੀਦੀ ਆ। ਮੈਂ ਸਭ ਤੋਂ ਪਹਿਲਾਂ ਰਿਕੁਐਸਟ ਕਰਾਂਗਾ ਡਾਕਟਰ ਮੁਜਾਹਿਦਾ ਭੱਟ ਜੀ, ਉਹ ਆਪਣੀ ਸਪੀਚ ਲੈ ਕੇ ਆਉਣ। ਥੈਂਕ ਯੂ। ਬਿਸਮਿल्लाहिर्रहमानिर्रहीम, अस्सलाम वालेकुम। मैं तुहानू सब सारिਆਂ ਨੂੰ ਜੀ ਆਇਆਂ ਨੂੰ ਆਖਦੀ ਹਾਂ ਕਿਉਂਕਿ ਪਹਿਲੀ ਸਪੀਚ ਮੇਰੀ ਹੈ ਤੇ ਮੈਂ ਨਾਲ ਇਸ ਗੱਲ ਤੇ ਵੀ ਖੁਸ਼ ਹਾਂ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਕਿ ਮੈਂ ਪ੍ਰਾਇਮਰੀ ਤਾਲੀਮ ਦੇ ਬਾਰੇ ਚ ਗੱਲ ਕਰਾਂ। ਬੁਨਿਆਦੀ ਤੌਰ ਤੇ ਮੁੱਢਲੀ ਤਾਲੀਮ ਕਦੋਂ ਸ਼ੁਰੂ ਹੁੰਦੀ ਹੈ, ਇਸ ਬਾਰੇ ਢੇਰ ਨਜ਼ਰੀਏ ਘੜੇ ਗਏ ਨੇ। ਕਿਧਰੇ ਆਖਿਆ ਜਾਂਦਾ ਹੈ ਕਿ 2 ਸਾਲ ਦੀ ਉਮਰ ਤੋਂ ਸ਼ੁਰੂ ਹੁੰਦੀ ਹੈ, ਕਿਤੇ ਆਖਿਆ ਜਾਂਦਾ ਹੈ ਕਿ 3 ਸਾਲ ਦੀ ਉਮਰ ਤੋਂ ਸ਼ੁਰੂ ਹੁੰਦੀ ਹੈ। ਲੇਕਿਨ ਨਿਚੋੜ ਇਹਨਾਂ ਤਜਰਬਿਆਂ ਤੋਂ ਬਾਅਦ ਜਿਹੜਾ ਸਾਡੇ ਕੋਲ ਹਾਸਲ ਹੁੰਦਾ ਹੈ ਉਹ ਹੈ ਵੇ ਕਿ ਮੁੱਢਲੀ ਤਾਲੀਮ ਬਾਲ ਦੇ ਜੰਮਣ ਤੋਂ ਵੀ ਪਹਿਲਾਂ ਸ਼ੁਰੂ ਹੋ ਜਾਂਦੀ ਹੈ। ਮਾਂ ਨਾਲ ਜੁੜਤ ਪਾਰੋਂ ਬਾਲ ਜੰਮਣ ਦੇ ਦੌਰਾਨ ਮਾਂ ਦੀਆਂ ਸਾਰੀਆਂ ਖਸਲਤਾਂ ਤੇ ਕਰਨੀਆਂ ਬਾਲ ਦੀਆਂ ਖਸਲਤਾਂ ਵਿੱਚ ਰਲ ਜਾਂਦੀਆਂ ਨੇ, ਜਿਹੜਾ ਤਾਲੀਮ ਵੱਲ ਪਹਿਲਾ ਕਦਮ ਹੈ। ਮੁੱਢਲੀ ਯਾਨੀ ਪ੍ਰਾਇਮਰੀ ਜਾਂ ਬੁਨਿਆਦੀ ਤਾਲੀਮ ਹਕੀਕਤਨ ਮਾਸੂਮ ਬਾਲ ਦੇ ਰਵੱਈਆਂ ਦੀ ਰਾਹ ਬਣਾਉਂਦੀ ਹੈ ਔਰ ਇਸ ਰਾਹੀਂ ਬਾਲ ਨੂੰ ਆਉਣ ਵਾਲੇ ਦੌਰ ਲਈ ਤਿਆਰ ਕੀਤਾ ਜਾਂਦਾ ਹੈ ਤਾਂ ਜੋ ਉਹ ਚੰਗਾ ਇਨਸਾਨ ਤੇ ਸੁਥਰਾ ਸ਼ਹਿਰੀ ਬਣ ਕੇ ਸਾਹਮਣੇ ਆਵੇ। ਮੁੱਢਲੀ ਜਾਂ ਪ੍ਰਾਇਮਰੀ ਤਾਲੀਮ ਰਾਹੀਂ ਉਹਦੇ ਵਿੱਚ ਕੁਝ ਅਜਿਹੀਆਂ ਖਸਲਤਾਂ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਿਹਦੇ ਨਾਲ ਉਹ ਮੁਆਸ਼ਰੇ ਦਾ ਅਹਿਮ ਹਿੱਸਾ ਬਣ ਸਕੇ, ਜਿਸ ਤਰ੍ਹਾਂ ਕਿ ਜਾਣਨਾ ਤੇ ਸਮਝਣਾ। ਜਦੋਂ ਇੱਕ ਨਿੱਕਾ ਬਾਲ ਜੰਮਦਾ ਹੈ ਤੇ ਉਹਦੇ ਅੰਦਰ ਜਾਣਨ ਤੇ ਸਮਝਣ ਦੀ ਸਲਾਹੀਅਤ ਘੱਟ ਹੁੰਦੀ ਹੈ। ਉਹ ਸਿਰਫ ਖਾਣ ਨੂੰ ਮੰਗਦਾ ਹੈ ਜਾਂ ਰੋਂਦਾ ਹੈ। ਲੇਕਿਨ ਵੇਲੇ ਦੇ ਨਾਲ ਨਾਲ ਪਹਿਲੇ ਦਿਨ ਤੋਂ ਲੈ ਕੇ 2 ਸਾਲ ਦੀ ਉਮਰ ਤੱਕ ਉਹਦੇ ਅੰਦਰ ਇਹ ਸਲਾਹੀਅਤ ਪੈਦਾ ਕੀਤੀ ਜਾਂਦੀ ਹੈ ਕਿ ਉਹ ਇਹ ਜਾਣਨ ਜੋਗਾ ਹੋ ਜਾਏ ਕੀ ਹੈ, ਕਿਉਂ ਹੈ, ਕਿਸ ਤਰ੍ਹਾਂ ਹੈ। ਕਿਉਂ ਅਸੀਂ ਜਿਸ ਵੇਲੇ ਵੀ ਉਹਨੂੰ ਕੋਈ ਚੀਜ਼ ਫੜਾਉਂਦੇ ਹਾਂ, ਮੁੱਢ ਤੋਂ ਕੀ ਹੁੰਦਾ ਹੈ ਕਿ ਉਹ ਉਸ ਸ਼ੈ ਨੂੰ ਆਪਣੇ ਮੂੰਹ ਚ ਪਾ ਲੈਂਦਾ ਫੌਰਨ, ਲੇਕਿਨ ਉਸ ਵੇਲੇ ਤੀਕਰ ਉਹ ਇਹ ਨਹੀਂ ਜਾਣਦਾ ਕਿ ਕੀ ਹੈ। ਲੇਕਿਨ ਜਿਸ ਵੇਲੇ ਉਸਨੂੰ ਕੌੜੀ, ਮਿੱਠੀ, ਗਰਮ, ਠੰਡੀ ਚੀਜ਼ ਮੂੰਹ ਚ ਪਾ ਕੇ ਤਕਲੀਫ ਮਹਿਸੂਸ ਹੁੰਦੀ ਹੈ ਤੇ ਇਹ ਉਹਦੀ ਪਹਿਲੀ ਤਾਲੀਮ ਹੁੰਦੀ ਹੈ, ਜਿਸ ਵੇਲੇ ਉਸਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਚੀਜ਼ ਨੂੰ ਮੂੰਹ ਚ ਪਾਉਣ ਤੋਂ ਪਹਿਲਾਂ ਮੈਨੂੰ ਇਹ ਦੇਖਣਾ ਹੋਏਗਾ ਕਿ ਚੀਜ਼ ਤੱਤੀ ਹੈ, ਠੰਡੀ ਹੈ, ਕੌੜੀ ਹੈ, ਮਿੱਠੀ ਹੈ ਔਰ ਕਿਸ ਤਰ੍ਹਾਂ ਦੀ ਹੈ, ਕਿੱਥੋਂ ਆਈ ਹੈ ਔਰ ਮੈਂ ਕਿੱਥੋਂ ਚੁੱਕੀ ਹੈ, ਗੰਦੀ ਜਗ੍ਹਾ ਤੋਂ ਚੁੱਕੀ ਹੈ, ਸਾਫ਼ ਜਗ੍ਹਾ ਤੋਂ ਚੁੱਕੀ ਹੈ। ਇਹ ਵਾਲੀ ਤਾਲੀਮ ਬੁਨਿਆਦੀ ਤੌਰ ਤੇ ਇਹ ਪ੍ਰਾਇਮਰੀ ਤਾਲੀਮ ਹੀ ਹੈ, ਲੇਕਿਨ ਇਹਦੇ ਵਾਸਤੇ ਉਸਤਾਦ ਜਿਹੜਾ ਹੈ ਮਾਂ-ਬਾਪ ਤੇ ਘਰ ਵਾਲੇ ਨੇ। 2 ਸਾਲ ਦੀ ਉਮਰ ਤੋਂ ਬਾਅਦ ਹਰ ਸ਼ੈ ਬਾਰੇ ਜਾਣਨ ਦੀ ਜਿਹੜੀ ਖਾਸ਼ ਹੈ, ਜਿਹੜੀ ਵਿਸ਼ੇ ਸਲਾਹੀਅਤ ਹੈ, ਉਹ ਉਗੇੜੀ ਜਾਂਦੀ ਹੈ, ਮਜ਼ੀਦ ਉਗੇੜੀ ਜਾਂਦੀ ਹੈ। ਉਹਦੇ ਅੰਦਰ ਮਹਾਰਤ ਤੇ ਲਿਆਕਤ ਪੈਦਾ ਕੀਤੀ ਜਾਂਦੀ ਹੈ। ਮਹਾਰਤ ਕੀ ਹੈ ਕਿ ਹੌਲੀ ਹੌਲੀ ਉਹਦੇ ਹੱਥ ਵਿੱਚ ਕਲਮ ਫੜਾਈ ਜਾਂਦੀ ਹੈ
ਔਰ ਇਹ ਅਮਲ 2 ਤੋਂ 2.5 ਸਾਲ ਦੀ ਉਮਰ ਤੋਂ ਬਾਅਦ ਕੀਤਾ ਜਾਂਦਾ ਹੈ। ਕਲਮ ਫੜਾਈ ਜਾਂਦੀ ਏ, ਕਾਗਜ਼ ਜਿਹਨੂੰ ਉਹ ਫੜਦਿਆਂ ਹੀ ਪਾੜ ਦਿੰਦਾ ਏ, ਆਹਿਸਤਾ ਆਹਿਸਤਾ ਉਹਨੂੰ ਦੱਸਿਆ ਜਾਂਦਾ ਏ ਕਿ ਇਸ ਕਾਗਜ਼ ਨੂੰ ਪਾੜਨਾ ਨਹੀਂ, ਤੇ ਐਸੇ ਰਿਆਜ਼ਤ ਪਰੋਂ ਬਾਲ ਦੀ ਲਿਆਕਤ ਨੂੰ ਉਘੇੜਿਆ ਜਾਂਦਾ ਹੈ। ਇਹ ਉਹ ਮਕਾਮ ਹੁੰਦਾ ਹੈ ਜਿਸ ਵੇਲੇ ਬੱਚੇ ਦੇ ਆਈ ਟੂ ਆਈ ਕੰਟੈਕਟ, ਜਿਹਨੂੰ ਅਸੀਂ ਨਜ਼ਰ ਦਾ, ਅੱਖਾਂ ਦਾ ਰਾਬਤਾ ਆਪਣੇ ਉਸਤਾਦ ਦੇ ਨਾਲ, ਆਪਣੇ ਮਾਂ-ਬਾਪ ਦੇ ਨਾਲ, ਇਸ ਨੂੰ ਮੈਂਸ਼ਨ ਕਰਨੇ ਆ ਔਰ ਚੈੱਕ ਕਰਨੇ ਆ ਕਿ ਕਿਆ ਉਹ ਬੱਚਾ ਆਈ ਟੂ ਆਈ ਕੰਟੈਕਟ ਕਰ ਰਿਹਾ ਹੈ। ਮੈਂਟਲੀ ਰਿਟਾਰਡਡ ਬੱਚੇ ਜਾਂ ਬਿਲੋ ਨਾਰਮਲ ਬੱਚੇ ਆਈ ਟੂ ਆਈ ਕੰਟੈਕਟ ਦੇਰ ਨਾਲ ਕਰਦੇ ਨੇ। ਇਸ ਆਈ ਟੂ ਆਈ ਕੰਟੈਕਟ ਦੇ ਜ਼ਰੀਏ ਹੀ ਅਸੀਂ 3 ਸਾਲ ਦੇ ਬੱਚੇ ਦੇ ਬਾਰੇ ਚ ਉਹਦਾ IQ ਟੈਸਟ ਵੀ ਕਰ ਸਕਦੇ ਹਾਂ, ਕਿਉਂਕਿ ਉਹਦੀ ਸਿੱਖਣ ਦੀ ਸਲਾਹੀਅਤ ਜਿਹੜੀ ਉਹ ਸਾਡੇ ਸਾਹਮਣੇ ਆ ਜਾਂਦੀ ਹੈ। IQ ਟੈਸਟ ਕਰਨ ਲਈ ਸਾਨੂੰ ਉਹਦੀ ਜ਼ਿਹਨੀ ਉਮਰ ਔਰ ਉਹਦੇ ਨਾਲ ਤਕਸੀਮ ਕਰਨਾ ਹੈ ਅਸੀਂ ਉਹਦੀ ਤਬਈ ਉਮਰ ਨੂੰ 100 ਨਾਲ ਜ਼ਰਬ ਦੇ ਕੇ, ਤੇ ਜਿਹਦੇ ਤੋਂ ਅਸੀਂ ਉਸ ਬੱਚੇ ਦੇ ਐਕਸਟਰਾ ਇੰਟੈਲੀਜੈਂਟ ਹੋਣ ਦਾ, ਨਾਰਮਲ ਹੋਣ ਦਾ, ਬਿਲੋ ਨਾਰਮਲ ਹੋਣ ਦਾ ਅਹਾਤਾ ਕਰਨੇ ਆ। ਕਿਉਂਕਿ ਪ੍ਰਾਇਮਰੀ ਸਤਹ ਤੇ ਅਗਰ ਐਨਾਲਿਸਿਸ ਕਰ ਲਿੱਤਾ ਜਾਏ ਕਿ ਇਹ ਬੱਚਾ ਕਿਸ ਮੈਂਟਲ ਲੈਵਲ ਤੇ ਵੇ, ਤੇ ਅਸੀਂ ਉਹਦੀ ਤਰਬੀਅਤ ਬਿਹਤਰ ਤਰੀਕੇ ਨਾਲ ਕਰ ਸਕਦੇ ਹਾਂ। ਕਿਉਂਕਿ ਐਕਸਟਰਾ ਇੰਟੈਲੀਜੈਂਟ ਬੱਚੇ ਨੂੰ ਕਦੀ ਵੀ ਬਿਲੋ ਨਾਰਮਲ ਬੱਚੇ ਦੇ ਨਾਲ ਰੱਖ ਕੇ ਨਾ ਪੜ੍ਹਾਇਆ ਜਾ ਸਕਦਾ ਹੈ, ਨਾ ਉਹਦੀ ਤਰਬੀਅਤ ਕੀਤੀ ਜਾ ਸਕਦੀ ਹੈ, ਕਿਉਂਕਿ ਇਹਦੇ ਚ ਅਸੀਂ ਕੌਮ ਦਾ ਲਾਸ ਕਰ ਰਹੇ ਹੁੰਦੇ ਹਾਂ। ਤੀਸਰੀ ਚੀਜ਼ ਜਿਹੜੀ ਅਸੀਂ ਪ੍ਰਾਇਮਰੀ ਐਜੂਕੇਸ਼ਨ ਵਿੱਚ ਬੱਚੇ ਨੂੰ ਦੇਖਣੀ ਹੁੰਦੀ ਹੈ ਕਿ ਮੁਆਸ਼ਰੇ ਨਾਲ ਰਵੱਈਆ ਤੇ ਮੁਆਸ਼ਰਤੀ ਦਿਲਚਸਪੀਆਂ ਉਹਦੀਆਂ ਕੀ ਨੇ, ਉਸ ਬੱਚੇ ਦਾ ਆਪਣੀ ਸੁਸਾਇਟੀ ਦੇ ਨਾਲ ਕੀ ਰਵੱਈਆ ਹੈ। ਸੁਸਾਇਟੀ ਤੋਂ ਮੁਰਾਦ ਉੱਥੇ ਅਸੀਂ ਇਹ ਦੇਖਣਾ ਹੈ ਕਿ ਜਿਹੜੇ ਲੋਕ ਉਹਦੇ ਨਾਲ ਵਿਚਾਰ ਵਟਾਂਦਰਾ ਕਰਦੇ ਨੇ, ਉਹਦੇ ਕੋਲ ਆਂਦੇ ਨੇ, ਉਹਦਾ ਇਖਲਾਕੀ ਬਿਹੇਵੀਅਰ ਕੀ ਹੈ। ਇਹ ਤਰਬੀਅਤ ਵੀ, ਇਹ ਤਾਲੀਮ ਵੀ ਉਸ ਨੂੰ ਮੌਂਟੀਸੋਰੀ ਜਾਂ ਨਰਸਰੀ ਚੋਂ ਮਿਲਦੀ ਹੈ ਔਰ ਉਹਦੇ ਨਾਲ ਲੈਪ ਆਫ ਮਦਰ ਯਾਨੀ ਮਾਂ ਦੀ ਗੋਦ ਤੋਂ ਮਿਲਦੀ ਹੈ ਕਿ ਉਸਨੇ ਕੀ ਬਿਹੇਵੀਅਰ ਕਰਨਾ ਹੈ। ਜਿਸ ਤਰ੍ਹਾਂ ਕਿ ਉਹ ਬੱਚਾ ਜਿਹਦੀ ਪ੍ਰਾਇਮਰੀ ਤਾਲੀਮ, ਮੁੱਢਲੀ ਤਾਲੀਮ ਅਗਰ ਪ੍ਰੋਪਰ ਨਾ ਹੋਵੇ ਤੇ ਸਮਟਾਈਮਸ ਬਾਜ਼ ਔਕਾਤ ਅਜਿਹਾ ਹੁੰਦਾ ਹੈ ਕਿ 3 ਸਾਲ ਦੀ ਉਮਰ ਵਿੱਚ ਉਹ ਆਪਣੇ ਸਾਹਮਣੇ ਆਉਣ ਵਾਲੇ ਕਿਸੇ ਬਜ਼ੁਰਗ ਦੇ ਮੂੰਹ ਤੇ ਚਪੇੜ ਮਾਰ ਦਿੰਦਾ ਹੈ, ਜੁੱਤੀ ਚੁੱਕ ਕੇ ਕਿਸੇ ਵੱਡੇ ਵੱਲ ਸੁੱਟ ਦਿੰਦਾ ਹੈ, ਜਾਂ ਬਾਜ਼ ਔਕਾਤ ਘਰ ਦੀਆਂ ਚੀਜ਼ਾਂ ਚੁੱਕ ਚੁੱਕ ਕੇ ਥੱਲੇ ਸੁੱਟਣਾ ਸ਼ੁਰੂ ਕਰ ਦਿੰਦਾ ਹੈ। ਇਹ ਤਰਬੀਅਤ ਜਿਹੜੀ ਹੈ ਇਹ ਉਸੇ ਸੂਰਤ ਮੁਮਕਿਨ ਹੈ ਕਿ ਜਦੋਂ ਬੱਚੇ ਦੀ ਪ੍ਰਾਇਮਰੀ ਐਜੂਕੇਸ਼ਨ ਪ੍ਰੋਪਰ ਹੋਏਗੀ, ਉਸਨੂੰ ਪਤਾ ਹੋਏਗਾ ਕਿ ਇਖਲਾਕੀਆਤ ਕੀ ਨੇ। ਇਖਲਾਕੀਆਤ ਮੋਰਲ ਵੈਲਿਊਜ਼ ਜਿਹਦਾ ਸਲੋਲੀ ਬੱਚੇ ਨੂੰ ਦੱਸੀਆਂ ਜਾ ਰਹੀਆਂ ਹੁੰਦੀਆਂ ਨੇ ਕਿ ਵੱਡੇ ਨੂੰ ਗਾਲੀ ਨਹੀਂ ਦੇਣੀ, ਵੱਡੇ ਦੇ ਅੱਗੇ ਉੱਚੀ ਜ਼ੁਬਾਨ ਵਿੱਚ ਨਹੀਂ ਬੋਲਣਾ, ਕਿਸੇ ਦੇ ਅੱਗੇ ਬਦਤਮੀਜ਼ੀ ਨਹੀਂ ਕਰਨੀ, ਕਿਸੇ ਨੂੰ ਨਾਜਾਇਜ਼ ਮਾਰਨਾ ਨਹੀਂ, ਚੀਖ ਚਾੜਾ ਨਹੀਂ ਕਰਨਾ। ਇਹ ਸਾਰੀਆਂ ਗੱਲਾਂ ਜਿਸ ਵੇਲੇ ਪ੍ਰਾਇਮਰੀ ਸਤਹ ਤੇ ਯਾਨੀ ਇੰਤਹਾਈ ਅਵਾਇਲ ਉਮਰ ਚ, ਨਿੱਕੀ ਉਮਰੇ ਬਾਲ ਦੇ ਕੰਨੀ ਪੈਂਦੀਆਂ ਨੇ ਔਰ ਮੁਹੱਬਤ ਨਾਲ ਪੈਂਦੀਆਂ ਨੇ, ਕਿਉਂਕਿ ਐਲੀਮੈਂਟਰੀ ਐਜੂਕੇਸ਼ਨ ਦੇ ਵਿੱਚ ਸਖਤੀ ਜਾਂ ਟੌਰਚਰ ਦਾ ਫੈਕਟਰ ਜਿਹੜਾ ਹੈ ਉਹ ਬੱਚੇ ਦੀ ਤਰਬੀਅਤ ਨੂੰ ਖਰਾਬ ਕਰ ਦਿੰਦਾ ਹੈ। ਬੱਚਾ ਰੈਸ਼ ਹੋ ਜਾਂਦਾ ਹੈ, ਬੱਚਾ ਲੜਦਾ ਹੈ, ਬੱਚਾ ਬਦਤਮੀਜ਼ੀ ਕਰਦਾ ਹੈ। ਲੇਕਿਨ ਅਗਰ ਉਹਦੇ ਨਾਲ ਮੁਹੱਬਤ, ਪਿਆਰ ਔਰ ਖਲੂਸ ਦਾ ਰਵੱਈਆ ਰੱਖਿਆ ਜਾਏ, ਔਰ ਚੂੰਕਿ ਉਹ ਬਹੁਤ ਛੋਟਾ ਹੁੰਦਾ ਹੈ, ਉਹਦੇ ਨਾਲ ਜਿਹੜੀ ਸ਼ਫਕਤ ਇੱਕ ਉਸਤਾਦ ਦੀ ਹੈ, ਖਾ ਉਹ ਮਰਦ ਹੋਵੇ ਜਾਂ ਔਰਤ, ਲੇਕਿਨ ਉਹ ਸ਼ਫਕਤ ਜਿਹੜੀ ਹੈ ਉਹ ਮਦਰਲੀ ਸ਼ਫਕਤ ਹੋਣੀ ਚਾਹੀਦੀ ਹੈ। ਅਗਰਚੇ ਕਿ ਬਾਪ ਦੀ ਮੁਹੱਬਤ ਤੋਂ ਡਿਨਾਈ ਨਹੀਂ, ਇਨਕਾਰ ਨਹੀਂ, ਬਟ ਮਦਰਲੀ ਅਫੈਕਸ਼ਨ ਜਿਹੜੀ ਹੈ ਉਹ ਬੱਚੇ ਨੂੰ ਖੁਦ ਬਖੁਦ ਅੱਛੀਆਂ ਗੱਲਾਂ ਔਰ ਆਦਤਾਂ ਸਿੱਖਣ ਵੱਲ ਰਜੂ ਕਰਨ ਤੇ ਮਜਬੂਰ ਕਰਦੀ ਹੈ। ਉਹ ਫਿਰ ਮੁਆਸ਼ਰੇ 'ਚ ਦਿਲਚਸਪੀ ਲੈਣ ਲੱਗਦਾ ਹੈ, ਜਿਸ ਲਈ ਅੱਛੀ ਗੱਲ ਕਰਨ ਤੇ ਉਸਨੂੰ ਸ਼ਾਬਾਸ਼ ਮਿਲਦੀ ਹੈ, ਉਸਨੂੰ ਇਨਾਮ ਮਿਲਦਾ ਹੈ, ਕਿਉਂਕਿ ਪ੍ਰਾਇਮਰੀ ਐਜੂਕੇਸ਼ਨ ਲਈ ਬੱਚੇ ਵਾਸਤੇ ਗਿਫਟ, ਪ੍ਰਾਈਜ਼ ਇਹ ਚੀਜ਼ਾਂ ਵੀ ਬਹੁਤ ਮੈਟਰ ਕਰਦੀਆਂ ਨੇ। ਮੇ ਬੀ ਕਿ ਉਹ ਇੱਕ ਗੋਲੀ, ਟੌਫੀ ਜਾਂ ਚੁਇੰਗਮ ਹੀ ਕਿਉਂ ਨਾ ਹੋਏ। ਇਸ ਤੋਂ ਅਗਲਾ ਸਟੈਪ ਜਿਹੜਾ ਪ੍ਰਾਇਮਰੀ ਐਜੂਕੇਸ਼ਨ ਜਾਂ ਮੁੱਢਲੀ ਤਾਲੀਮ ਵਿੱਚ ਸਾਡੇ ਕੋਲ ਆਂਦਾ ਹੈ ਉਹ ਹੈ ਅਮਲ ਤੇ ਮਨਸੂਬਾ ਸਾਜ਼ੀ। ਇੱਥੇ 2 ਫੈਕਟਰਸ ਨੇ, ਇੱਕ ਪਲਾਨ ਤੇ ਦੂਸਰਾ ਅਮਲ। ਇੱਕ ਬੱਚਾ ਇੱਕ ਐਕਟੀਵਿਟੀ ਕਰਦਾ ਹੈ, ਅਗਰ ਅਸੀਂ ਪ੍ਰਾਇਮਰੀ ਏਜ ਵਿੱਚ ਹੀ ਉਹਦੇ ਅੰਦਰ ਇਹ ਸਲਾਹੀਅਤ ਪੈਦਾ ਕਰਨ ਦੀ ਕੋਸ਼ਿਸ਼ ਕਰੀਏ ਕਿ ਉਹ ਆਪਣੇ ਦਿਮਾਗ ਤੋਂ ਅੱਡੋ ਅੱਡ ਮਨਸੂਬੇ ਘੜੇ। ਫੋਰ ਐਗਜ਼ਾਮਪਲ, ਬੱਚੇ ਨੂੰ ਜਾਂ ਹੋਰ ਬੱਚਿਆਂ ਨੂੰ ਮਿਲਾ ਕੇ ਕਿਹਾ ਜਾਏ
चलो आओ ਅਸੀਂ ਇਹ ਸਾਰੇ ਬਲੌਕਸ ਜੋੜ ਕੇ ਤੇ ਇੱਕ ਘਰ ਬਣਾਉਂਦੇ ਹਾਂ। ਸਾਰੇ ਬੱਚੇ ਉਸ ਬਲੌਕਸ ਨੂੰ ਜੋੜਨਗੇ, ਰਿਟਰਨ ਵਿੱਚ ਇੱਕ ਘਰ ਬਣ ਗਿਆ, ਉਹਦੇ ਤੇ ਐਪਰੀਸ਼ੀਏਟ ਕੀਤਾ, ਕਲੈਪਿੰਗ ਕੀਤੀ। ਕੀ ਹੋਇਆ ਕਿ ਬੱਚਾ ਬਹੁਤ ਖੁਸ਼ ਹੈ, ਉਹ ਹੈਪੀ ਹੈ ਕਿ ਉਹਨੇ ਇੱਕ ਪਲਾਨ ਕੀਤਾ ਸੀ, ਮਨਸੂਬਾ ਬਣਾਇਆ ਸੀ ਔਰ ਉਹ ਉਹਦੇ 'ਚ ਕਾਮਯਾਬ ਹੋ ਗਿਆ ਇੱਕ ਘਰ ਤਖਲੀਕ ਕਰਨ ਲਈ। ਐਜ਼ ਵੈਲ ਐਜ਼ ਹੁਣ ਕਿਹਾ ਗਿਆ ਕਿ ਤੂੰ ਇਹਦੇ ਉੱਤੇ ਆਪਣਾ ਡਿਜਿਟਸ ਲਿਖ। ਸਪੋਜ਼ ਇੱਕ ਛੋਟੀ ਕਲਾਸ ਦੇ ਬੱਚੇ ਨੂੰ ਅਸੀਂ ਕੁਝ ਡਿਜਿਟਸ ਸਿਖਾਏ ਨੇ, ਉਹ ਲਿਖ। ਬੱਚਾ ਜਿਸਲੇ ਉਹ ਡਿਜਿਟਸ ਲਿਖ ਰਿਹਾ ਹੈ, ਅਸੀਂ ਉਹਦੇ ਤੇ ਕਲੈਪਿੰਗ ਕਰ ਰਹੇ ਹਾਂ, ਅਸੀਂ ਉਹਨੂੰ ਸ਼ਾਬਾਸ਼ ਦੇ ਰਹੇ ਹਾਂ, ਅਸੀਂ ਉਹਨੂੰ ਗੁੱਡ ਕਹਿ ਰਹੇ ਹਾਂ। ਉਹਦਾ ਰਿਟਰਨ ਕੀ ਹੈ ਕਿ ਇਹ ਬੱਚਾ ਇੱਕ ਅੱਛਾ ਪਲੈਨਰ ਬਣ ਕੇ ਸਾਡੇ ਸਾਹਮਣੇ ਆ ਜਾਏਗਾ ਤੇ ਇਨ ਫਿਊਚਰ ਉਹ ਹਰ ਕੰਮ ਨੂੰ ਕਰਨ ਤੋਂ ਪਹਿਲੇ ਉਹਦਾ ਪਲਾਨ ਕਰੇਗਾ। ਨੈਕਸਟ ਸਟੈਪ ਸਾਡੇ ਕੋਲ ਆ ਜਾਏਗਾ ਇਹਦਾ ਤਰੀਕਾ ਹੈ ਇਲਮੋ ਤਦਰੀਸ। ਅਸੀਂ ਪੜ੍ਹਾਉਣ ਵਾਸਤੇ ਪ੍ਰਾਇਮਰੀ ਲੈਵਲ ਦੇ ਉੱਤੇ ਅਸੀਂ ਪੜ੍ਹਾਉਣ ਵਾਸਤੇ ਕਿਹੜਾ ਤਰੀਕਾ ਇਖਤਿਆਰ ਕਰਨਾ ਹੈ। ਬਾਲ ਨੂੰ ਦੇਣ ਲਈ ਅੱਡੋ ਅੱਡ ਤਰੀਕੇ ਨੇ ਸਾਡੇ ਕੋਲ ਤਾਲੀਮ ਵਿੱਚ, ਲੇਕਿਨ ਸਾਡਾ ਤਰੀਕਾ ਅਜਿਹਾ ਤਰੀਕਾ ਕਾਮਯਾਬ ਹੋਏਗਾ ਜਿਹਦੇ ਵਿੱਚ ਅਸੀਂ ਬੱਚੇ ਨੂੰ ਪਲੇਜ਼ੈਂਟ ਐਟਮੋਸਫੀਅਰ ਪ੍ਰੋਵਾਈਡ ਕਰਾਂਗੇ, ਰਿਲੈਕਸ ਐਟਮੋਸਫੀਅਰ ਪ੍ਰੋਵਾਈਡ ਕਰਾਂਗੇ। ਨੈਕਸਟ ਇਨਫਰਾਦੀਅਤ, ਨਵੇਕਲਾਪਨ, ਯੂਨੀਕਨੈਸ। ਹਰ ਸ਼ਖਸ ਵਿੱਚ ਇਹ ਨੇਚਰ ਹੈ ਕਿ ਉਹ ਯੂਨੀਕਨੈਸ ਨੂੰ ਪਸੰਦ ਕਰਦਾ ਹੈ, ਉਹਨੂੰ ਆਦਤ ਦਿੱਤੀ ਜਾਏ ਉਹ ਖੁਸ਼ ਹੋ ਜਾਂਦਾ ਹੈ। ਬਟ ਪ੍ਰਾਇਮਰੀ ਐਜੂਕੇਸ਼ਨ ਵਿੱਚ, ਬੇਸਿਕ ਐਜੂਕੇਸ਼ਨ ਵਿੱਚ ਅਸੀਂ ਇਹ ਕੰਮ ਕਿਸ ਤਰ੍ਹਾਂ ਕਰ ਸਕਦੇ ਹਾਂ? ਅਸੀਂ ਬੱਚਿਆਂ ਨੂੰ ਮੂਵੀ ਦਿਖਾ ਕੇ, ਬੱਚਿਆਂ ਨੂੰ ਤਸਵੀਰਾਂ ਦਿਖਾ ਕੇ, ਬੱਚਿਆਂ ਨੂੰ ਕੋਈ ਐਕਟੀਵਿਟੀ ਕਰਕੇ, ਲਾਈਕ ਜਿਸ ਤਰ੍ਹਾਂ ਪਲੇ ਹੁੰਦਾ ਹੈ ਇਸ ਤਰ੍ਹਾਂ ਦੀ ਛੋਟਾ ਜਿਹਾ ਸਕਿਟ ਕਰਕੇ। ਇਸ ਤੋਂ ਇਲਾਵਾ ਬੱਚਿਆਂ ਦੇ ਨਾਲ ਇਜਤਮਾਈ ਐਕਟੀਵਿਟੀ ਕਰਕੇ ਵੀ ਇਹ ਕੰਮ ਕੀਤਾ ਜਾ ਸਕਦਾ ਹੈ। ਮੁਆਸ਼ਰਤ ਤੇ ਮੁਆਸ਼ਰਤੀ ਜਿਹੜਾ ਰਵੱਈਆ ਹੈ ਉਹ ਵੀ ਪ੍ਰਾਇਮਰੀ ਐਜੂਕੇਸ਼ਨ ਤੇ ਬਹੁਤ ਜ਼ਿਆਦਾ ਅਸਰਅੰਦਾਜ਼ ਹੁੰਦਾ ਹੈ। ਉਹਦੀ ਰੀਜ਼ਨ ਹੈ ਵੀ ਕਿ ਸ਼ਾਇਦ ਤੁਹਾਨੂੰ ਆਈਡੀਆ ਹੋਵੇ ਕਿ ਮੁਆਸ਼ਰੇ ਦੇ ਵਿੱਚ 3 ਕਲਾਸਿਸ ਵਿੱਚ ਮੁਆਸ਼ਰੇ ਨੂੰ ਡਿਵਾਈਡ ਕੀਤਾ ਜਾਂਦਾ ਹੈ, ਜਿਹਦੇ 'ਚ ਅਸੀਂ ਇੱਕ ਅਲੀਟ ਕਲਾਸ ਜਿਸ ਨੂੰ ਅਸੀਂ ਅਸ਼ਰਾਫੀਆ ਕਹਿੰਦੇ ਹਾਂ, ਇੱਕ ਮਿਡਲ ਕਲਾਸ ਜਿਹਨੂੰ ਅਸੀਂ ਅਜਲਾਫੀਆ ਕਹਿੰਦੇ ਹਾਂ ਤੇ ਇੱਕ ਲੋਅਰ ਕਲਾਸ ਜਿਹਨੂੰ ਅਸੀਂ ਵਰਕਿੰਗ ਕਲਾਸ ਜਾਂ ਅਰਜ਼ਾਲੀਆ ਕਹਿੰਦੇ ਹਾਂ। ਹੁਣ ਜਿਹੜਾ ਬੱਚਾ ਅਲੀਟ ਕਲਾਸ ਵਿੱਚ ਮੂਵ ਕਰ ਰਿਹਾ ਹੈ ਉਹਨੂੰ ਅਸੀਂ ਅਗਰ ਵਰਕਿੰਗ ਕਲਾਸ ਦੇ ਬੱਚਿਆਂ ਦੇ ਨਾਲ ਤਰਬੀਅਤ ਦੇਵਾਂਗੇ ਤੇ ਉਹਦਾ ਰਵੱਈਆ ਡਿਫਰੈਂਟ ਹੋਏਗਾ, ਕਿਉਂਕਿ ਜਿਸ ਵੇਲੇ ਉਹ ਪੈਦਾ ਹੋਇਆ ਹੈ, ਪੈਦਾ ਹੋਣ ਤੋਂ 3 ਸਾਲ ਦੀ ਉਮਰ ਤੱਕ ਉਸਨੇ ਉਸ ਰਵੱਈਏ ਨੂੰ ਫੇਸ ਕੀਤਾ ਹੈ। ਲੇਕਿਨ ਅਗਰ ਅਸੀਂ ਉਹਨਾਂ ਨੂੰ ਕੰਬਾਈਨ ਸ਼ੇਪ ਵਿੱਚ ਲੈ ਆਉਂਦੇ ਹਾਂ ਤੇ ਉਸ ਸੂਰਤ ਵਿੱਚ ਉਹ ਉਹਨਾਂ ਨੂੰ ਵੀ ਅਸੈਪਟ ਕਰੇਗਾ, ਲੇਕਿਨ ਉਹਦੇ ਜਿਹੜੇ ਐਟੀਕੇਟਸ ਹੋਣਗੇ, ਉਹਦਾ ਬਹਿਣ ਖਲੋਣ ਹੋਏਗਾ, ਉਹਦਾ ਆਣਾ ਜਾਣਾ ਹੋਏਗਾ, ਉਹ ਡਿਫਰੈਂਟ ਹੋਏਗਾ। ਐਸੇ ਤਰ੍ਹਾਂ ਜਿਹੜਾ ਵਰਕਿੰਗ ਕਲਾਸ ਤੋਂ ਬੱਚਾ ਆ ਰਿਹਾ ਉਹਦਾ ਲਾਈਫ ਸਟਾਈਲ ਡਿਫਰੈਂਟ ਹੈ। ਅਗਰਚੇ ਕਿ ਅਸੀਂ ਉਹਨੂੰ ਐਜੂਕੇਸ਼ਨ ਉਹ ਵਾਲੀ ਦੇ ਸਕਦੇ ਹਾਂ, ਕਰਿਕੂਲਮ ਸੇਮ ਰੱਖ ਕੇ ਪੜ੍ਹਾ ਸਕਦੇ ਹਾਂ, ਬਟ ਉਹਦਾ ਜਿਹੜਾ ਡੇਲੀ ਲਾਈਫ ਦਾ ਪੈਟਰਨ ਹੈ ਉਹ ਬਹੁਤ ਡਿਫਰੈਂਟ ਹੈ ਅਲੀਟ ਕਲਾਸ ਜਾਂ ਮਿਡਲ ਕਲਾਸ ਬੱਚੇ ਤੋਂ। ਤੇ ਇਸ ਲਈ ਮੁਆਸ਼ਰਤੀ ਰਵੱਈਏ ਜਿਹੜੇ ਅਸੈਪਟ ਕਰਨੇ ਨੇ ਜਾਂ ਕਬੂਲ ਕਰਨੇ ਨੇ, ਉਹਦੇ ਵਿੱਚ ਉਸ ਬੱਚੇ ਦਾ ਮੁਆਸ਼ਰਾ ਤੇ ਮੁਆਸ਼ਰਤੀ ਰਵੱਈਆ ਜਿਹੜਾ ਹੈ ਉਹ ਬਹੁਤ ਜ਼ਿਆਦਾ ਕਿਰਦਾਰ ਅਦਾ ਕਰਦਾ ਹੈ। ਆਖਰੀ ਫੈਕਟਰ ਜਿਹੜਾ ਮੇਰੇ ਨਜ਼ਦੀਕ ਬੱਚੇ ਲਈ ਹੈ ਉਹ ਹੈ ਉਹਦੀ ਕਿਰਦਾਰ ਸਾਜ਼ੀ। ਕਰੈਕਟਰ ਬਿਲਡਿੰਗ ਅਗਰ ਅਸੀਂ ਬਚਪਨ ਤੋਂ ਨਹੀਂ ਕਰਦੇ, ਫਰੋਮ 3 ਇਅਰਸ ਏਜ ਤੋਂ, 3 ਸਾਲ ਦੀ ਉਮਰ ਤੋਂ, ਕਿ ਉਹਨੂੰ ਗੱਲ ਕਰਨ ਲਿਆ ਆਰਾਮ ਨਾਲ ਬੋਲਣਾ, ਸਹਿਜ ਕੇ ਗੱਲ ਕਰਨੀ, ਵਤਨ ਨਾਲ ਮੁਹੱਬਤ, ਇਖਲਾਕੀਆਤ, ਆਪਣਾ ਰਿਲੀਜਨ ਦੇ ਉੱਤੇ ਕਾਇਮ ਰਹਿਣਾ, ਜਿਹੜਾ ਵੀ ਉਸਦਾ ਰਿਲੀਜਨ ਹੈ ਉਹਦੇ ਉੱਤੇ ਕਾਇਮ ਰਹਿਣਾ, ਔਰ ਇਹਤਰਾਮ ਕਰਨਾ, ਛੋਟਿਆਂ ਨਾਲ ਮੁਹੱਬਤ ਕਰਨਾ। ਜਦੋਂ ਇਹ ਸਾਰੀਆਂ ਐਕਟੀਵਿਟੀਜ਼ ਉਹਦੀ ਬ੍ਰੇਨ ਵਿੱਚ ਹੋਣਗੀਆਂ ਤੇ ਇਹ ਆਂਦੀ ਹੈ ਇਹਦਾ ਵੀ ਸ਼ਖਸ ਇਸ ਲੈਵਲ ਦੇ ਉੱਤੇ ਟੀਚ ਕਰ ਰਿਹਾ ਹੁੰਦਾ ਹੈ, ਉਹ ਇਹਨਾਂ ਸਾਰੀਆਂ ਐਕਟੀਵਿਟੀਜ਼ ਨੂੰ ਫੋਲੋ ਨਹੀਂ ਕਰ ਰਿਹਾ ਹੁੰਦਾ। ਤੇ ਜਿਸ ਵੇਲੇ ਇੱਕ ਟੀਚਰ ਫੋਲੋ ਨਹੀਂ ਕਰੇਗਾ ਤੇ ਕਿਸ ਤਰ੍ਹਾਂ ਉਹ ਕਿਸੇ ਬੱਚੇ ਦੇ ਅੰਦਰ ਉਹਨਾਂ ਚੀਜ਼ਾਂ ਨੂੰ ਟ੍ਰਾਂਸਫਰ ਕਰ ਸਕਦਾ ਹੈ। ਇਸ ਤੋਂ ਬਾਅਦ ਅਸੀਂ ਅਗਰ ਗੌਰ ਕਰੀਏ ਤੇ ਮੁੱਢਲੀ ਤਾਲੀਮ ਜਿਸ ਨੂੰ ਪ੍ਰਾਇਮਰੀ ਐਜੂਕੇਸ਼ਨ ਅਸੀਂ ਕਹਿ ਰਹੇ ਹਾਂ, ਇਸ ਤਰੀਕੇ ਤਾਲੀਮ ਨੂੰ ਅਸੀਂ 3 ਹਿੱਸਿਆਂ 'ਚ ਵੰਡ ਸਕਦੇ ਹਾਂ। ਪਹਿਲਾ ਉਹੀ ਜਿਹੜਾ ਕਿ ਮੈਂ ਤੁਹਾਨੂੰ ਦੱਸ ਰਹੀ ਸਾਂ ਕਿ ਜੰਮਣ ਤੋਂ ਲੈ ਕੇ 3 ਸਾਲ ਦੀ ਉਮਰ ਤੱਕ, ਜਦੋਂ ਬਾਲ ਆਪਣੇ ਆਲ ਦੁਆਲੇ ਤੇ ਜਜ਼ਬਾਤ ਇਸ਼ਾਰਿਆਂ ਦੇ ਨਾਲ ਸਿੱਖਦਾ ਹੈ, ਉਹਨੂੰ ਰਿਸਪੌਂਸ ਦਿੰਦਾ ਹੈ ਅੱਗੋਂ, ਕਿਉਂਕਿ ਉਸ ਵੇਲੇ ਉਹਦੀ ਜ਼ੁਬਾਨ ਕੰਮ ਨਹੀਂ ਕਰ ਰਹੀ ਹੁੰਦੀ, ਲੇਕਿਨ ਉਹ ਖੁਸ਼ ਹੋ ਕੇ, ਰੋ ਕੇ, ਨਾਰਾਜ਼ ਹੋ ਕੇ, ਡਿਫਰੈਂਟ
ਸ਼ਕਲਾਂ ਬਣਾ ਕੇ ਆਪਣੇ ਜਜ਼ਬਾਤ ਦਾ ਇਜ਼ਹਾਰ ਕਰ ਰਿਹਾ ਹੁੰਦਾ ਹੈ। ਇਹ ਉਹ ਉਮਰ ਹੁੰਦੀ ਹੈ ਜਿਹਦੇ 'ਚ ਉਹ ਲੰਪਸ ਤੋਂ ਵੀ ਮਹਿਸੂਸ ਕਰਦਾ ਹੈ ਕਿ ਗੁੱਸੇ ਦੇ ਨਾਲ ਉਹਨੂੰ ਕਿਸ ਤਰ੍ਹਾਂ ਟੱਚ ਕੀਤਾ ਗਿਆ, ਮੁਹੱਬਤ ਦੇ ਨਾਲ ਉਹਨੂੰ ਕਿਸ ਤਰ੍ਹਾਂ ਟੱਚ ਕੀਤਾ ਗਿਆ, ਉਹਨੂੰ ਡਾਂਟਿਆ ਕਿਸ ਤਰ੍ਹਾਂ ਗਿਆ, ਉਹਨੂੰ ਪਿਆਰ ਨਾਲ ਕਿਸ ਤਰ੍ਹਾਂ ਬੁਲਾਇਆ ਗਿਆ। ਇਹ ਚੀਜ਼ ਉਹਦੀ ਇਨੀਸ਼ੀਅਲ ਸਟੇਜ ਤੇ ਔਰ ਉਹਦਾ ਰਿਐਕਸ਼ਨ ਉਹ ਅੱਡੋ ਅੱਡ ਅਲਾਮਤਾਂ ਦੀ ਸੂਰਤ ਵਿੱਚ ਦਿੰਦਾ ਹੈ। ਦੂਸਰੀ ਸਟੇਜ ਇਹਦੀ ਜਿਹੜੀ ਉਹ 3 ਸਾਲ ਤੋਂ 7 ਜਾਂ 8 ਸਾਲ ਤੱਕ ਦੀ ਉਮਰ ਦੀ ਹੈ। ਇਸ ਉਮਰ 'ਚ ਬਾਲ ਦੇ ਦਿਮਾਗ ਵਿੱਚ ਇਲਮ ਦਾ ਖਜ਼ਾਨਾ ਇਕੱਠਾ ਕਰਕੇ ਉਸ ਨੂੰ ਜਮ੍ਹਾਂ ਕਰਕੇ ਆਪਣੇ ਬ੍ਰੇਨ ਵਿੱਚ ਮਹਿਫੂਜ਼ ਕਰਨ ਦੀ ਸਲਾਹੀਅਤ ਢੇਰ ਵੱਧ ਗਈ ਹੁੰਦੀ ਹੈ ਔਰ ਉਹ ਸਿੱਖਣ ਵਾਲੇ ਅੱਖਰਾਂ ਤੇ ਲਫ਼ਜ਼ਾਂ ਨੂੰ ਦਿਮਾਗ ਦੇ ਲਾਸ਼ੂਰ ਵਿੱਚ ਸਾਂਭ ਕੇ ਮਹਿਫੂਜ਼ ਕਰਦਾ ਹੈ। ਜਿਹਦਾ ਨਤੀਜਾ ਕੀ ਨਿਕਲਦਾ ਹੈ ਕਿ ਆਉਣ ਵਾਲੀ ਸਾਰੀ ਹਯਾਤੀ ਉਹ ਇਹਨਾਂ ਅੱਖਰਾਂ ਤੇ ਲਫ਼ਜ਼ਾਂ ਦਾ ਵਰਤਾਵਾ ਕਰਦਾ ਰਹਿੰਦਾ ਹੈ ਕਿਉਂਕਿ ਇਹ ਉਹਦੇ ਲਾਸ਼ੂਰ ਵਿੱਚ, ਉਹਦੇ ਬੈਕਅਪ ਮਾਈਂਡ ਵਿੱਚ ਸੇਵ ਹੋ ਜਾਂਦੀਆਂ ਨੇ ਔਰ ਇਸ ਉਮਰ ਵਿੱਚ ਇਹ ਸੇਵ ਕਰਨ ਦੀ ਜਿਹੜੀ ਪੋਜੀਸ਼ਨ ਹੈ ਉਹ ਬ੍ਰੇਨ ਦੇ ਵਿੱਚ ਜ਼ਿਆਦਾ ਹੁੰਦੀ ਹੈ। ਐਸੇ ਉਮਰੇ ਯਾਦ ਕੀਤਾ ਹੋਇਆ ਮਵਾਦ ਹਯਾਤੀ ਸਾਰੀ ਚ ਯਾਦ ਰਹਿੰਦਾ ਹੈ ਔਰ ਇਹਦੇ ਜਿਹੜੇ ਹਿੱਸੇ ਨੇ ਉਹ ਸਾਡੇ ਕੋਲ 5 ਹਿੱਸੇ ਨੇ। ਪਹਿਲਾ ਮੌਂਟੇਸੋਰੀ, ਦੂਸਰਾ ਨਰਸਰੀ, ਤੀਸਰਾ ਕੱਚੀ ਜਿਹਨੂੰ ਅਸੀਂ ਪੰਜਾਬੀ ਚ ਕੱਚੀ ਤੇ ਅੰਗਰੇਜ਼ੀ ਚ ਪ੍ਰੈਪ ਕਹਿੰਦੇ ਆ, ਚੌਥਾ ਪੱਕੀ ਜਿਹਨੂੰ ਪਹਿਲੀ ਆਖਿਆ ਜਾਂਦਾ ਹੈ ਤੇ ਪੰਜਵਾਂ ਦੂਜੀ ਜਮਾਤ ਤੱਕ ਇਹ ਉਮਰ ਚੱਲਦੀ ਹੈ। ਤੀਜੀ ਜਮਾਤ ਤੋਂ ਅੱਗੇ 8 ਤੋਂ 12 ਸਾਲ ਦੀ ਉਮਰ ਦਾ ਤਾਲੀਮੀ ਦੌਰ 7ਵੀਂ 8ਵੀਂ ਜਮਾਤ ਤੱਕ ਦਾ ਦੌਰ ਹੈ ਜਿਹੜਾ ਕਿ ਇਲਮ ਲਿਖਤੀ ਫਨ ਦੇ ਨਾਲ ਸ਼ਊਰ ਦੀ ਨੀਂਹ ਵੀ ਰੱਖਦਾ ਹੈ ਤੇ ਨਾਲ ਹੀ ਇਲਮ ਦਾ ਮੁੱਢ ਉਸਾਰਨ ਦੀ ਕੈਫੀਅਤ ਤੇ ਜਿਹੜਾ ਸਾਡੇ ਬੱਚਾ ਛੋਟਾ ਸਿੱਖ ਰਿਹਾ ਹੈ ਉਹ ਉਸਾਰ ਨਹੀਂ ਰਿਹਾ, ਉਹ ਸਿਰਫ ਸਿੱਖ ਰਿਹਾ ਹੈ। ਲੇਕਿਨ ਜਿਸ ਵੇਲੇ 8 ਸਾਲ ਤੋਂ ਉੱਤੇ ਦੀ ਉਮਰ ਵਿੱਚ ਚਲਾ ਗਿਆ ਤੇ ਉਸਨੇ ਆਪਣੇ ਇਲਮ ਨੂੰ ਅੱਗੇ ਨੂੰ ਉਸਾਰਨਾ ਸ਼ੁਰੂ ਕੀਤਾ ਹੈ, ਵਧਾਉਣਾ ਸ਼ੁਰੂ ਕੀਤਾ ਹੈ, ਆਪਣੀ ਰਾਏ ਦੇਣੀ ਸ਼ੁਰੂ ਕਰ ਦਿੱਤੀ। ਦੂਜੀ ਅੱਖਰੀ ਪ੍ਰਾਇਮਰੀ ਤਾਲੀਮ ਦਾ ਹਾਤਾ ਅੱਡੋ ਅੱਡ ਇਲਾਕਿਆਂ ਵਿੱਚ ਵੱਖੋ ਵੱਖ ਹੈ। ਕੁਝ ਇਲਾਕਿਆਂ ਵਿੱਚ ਪ੍ਰਾਇਮਰੀ, ਮਿਡਲ, ਸੈਕੰਡਰੀ, ਹਾਇਰ ਸੈਕੰਡਰੀ ਤਾਲੀਮ ਤੋਂ ਬਾਅਦ ਆਲਾ ਤਾਲੀਮ ਦਿੱਤੀ ਜਾਂਦੀ ਹੈ, ਜਦਕਿ ਕੁਝ ਇਲਾਕਿਆਂ ਵਿੱਚ ਸਿਰਫ ਇਹਦੇ ਲਈ ਮੁੱਢਲੀ ਤੇ ਸਾਨਵੀਂ ਤਾਲੀਮ ਦਾ ਅੱਖਰ ਵਰਤਿਆ ਜਾਂਦਾ ਹੈ। ਇਸੇ ਤਰ੍ਹਾਂ ਕਿਧਰੇ ਇਹਦੇ ਲਈ ਬਾਲਾਂ ਦੀ ਉਮਰ 3 ਤੋਂ 5 ਸਾਲ, ਕਿਧਰੇ 3 ਤੋਂ 7 ਸਾਲ, ਕਿਧਰੇ 8 ਤੋਂ 12 ਸਾਲ ਮਿੱਥੀ ਜਾਂਦੀ ਹੈ। ਆਖਰੀ ਸਟੇਜ ਜਾਂ ਮੰਜ਼ਿਲ ਇਹਦੀ 11 ਤੋਂ 13 ਸਾਲ ਦੀ ਹੈ ਜਿਸ ਨੂੰ ਮਿਡਲ ਸਕੂਲ ਤਾਲੀਮ ਵੀ ਆਖਿਆ ਜਾਂਦਾ ਹੈ। ਇਹਦੇ ਲਈ ਪ੍ਰਾਇਮਰੀ, ਐਲੀਮੈਂਟਰੀ, ਮਿਡਲ, ਸੈਕੰਡਰੀ, ਲੋਅਰ ਸੈਕੰਡਰੀ ਦੇ ਅੱਖਰ ਅਕਸਰ ਵਰਤੇ ਜਾਂਦੇ ਨੇ। ਅਮਰੀਕਾ ਵਿੱਚ ਇਸ ਨੂੰ 1 ਸਾਲ ਤੋਂ 6 ਸਾਲ ਦੀ ਉਮਰ ਤੱਕ ਮਿਥਿਆ ਜਾਂਦਾ ਹੈ ਪ੍ਰਾਇਮਰੀ ਐਜੂਕੇਸ਼ਨ। ਮੁਆਸ਼ਰਿਆਂ, ਇਲਾਕਿਆਂ, ਮੁਲਕਾਂ ਤੇ ਸ਼ਹਿਰਾਂ ਦੇ ਫਰਕ ਦੇ ਬਾਵਜੂਦ ਤਕਰੀਬਨ ਹਰ ਥਾਂ ਦੀ ਮੁੱਢਲੀ ਤਾਲੀਮ ਦਾ ਨਿਸਾਬ ਰਲਦਾ ਮਿਲਦਾ ਹੈ ਤੇ ਮਕਸਦ ਵੀ ਇੱਕੋ ਜਿਹੇ ਹੀ ਹੁੰਦੇ ਨੇ। ਐਸੇ ਪਾਰੋਂ ਪੜ੍ਹਾਉਣ ਤੇ ਸਿਖਾਉਣ ਦਾ ਤਰੀਕਾ ਵੀ ਇੱਕੋ ਹੀ ਹੈ ਕਿਉਂ ਜੇ ਇਹਦੇ ਰਾਹੀਂ ਨਿੱਕੇ ਮਾਸੂਮ ਬਾਲਾਂ ਨੂੰ ਘੜ ਕੇ ਜ਼ਿੰਮੇਦਾਰ ਸ਼ਹਿਰੀ ਬਣਾਉਣਾ ਪਹਿਲਾ ਮਕਸਦ ਹੁੰਦਾ ਹੈ। ਅਲਬੱਤਾ ਇਸ ਮੁੱਢਲੇ ਦੌਰ ਦਾ ਬੁਨਿਆਦੀ ਮਕਸਦ ਬਾਲ ਨੂੰ ਲਿਖਣਾ ਤੇ ਪੜ੍ਹਨਾ ਦੋਵੇਂ ਗੱਲਾਂ ਸਿਖਾਉਣੀਆਂ, ਹਿਸਾਬ ਯਾਨੀ ਰਿਆਜ਼ੀ ਦਾ ਮੁੱਢ ਦੱਸਣਾ, ਮੁਆਸ਼ਰੇ ਤੇ ਸਾਇੰਸ ਨਾਲ ਸੰਬੰਧ ਬਣਾਉਣਾ ਅਹਿਮ ਮੁਕਾਮ ਇਹਦੇ 'ਚ ਰੱਖਦਾ ਹੈ, ਜਿਹਦੇ 'ਚ ਪਹਿਲਾ ਕਦਮ ਜਾਣਨ ਦਾ ਹੀ ਅਣਜਾਣ ਭਾਲਣਾ ਹੈ। ਯਾਨੀ ਬੱਚਾ ਚੁੱਕੇ ਜਾਣਦਾ ਨਹੀਂ ਹੁੰਦਾ, ਇਸ ਲਈ ਜਿਹੜੀ ਨਵੀਂ ਚੀਜ਼ ਅਸੀਂ ਉਹਨੂੰ ਦਿੰਦੇ ਹਾਂ ਉਹਦੇ ਤੋਂ ਖੌਫਜ਼ਦਾ ਹੁੰਦਾ ਹੈ, ਉਹ ਪਰੇਸ਼ਾਨ ਹੁੰਦਾ ਹੈ। ਲੇਕਿਨ ਅਗਰ ਅਸੀਂ ਉਹਦੀ ਸ਼ਨਾਸਾ ਚੀਜ਼ ਜਿਹਨੂੰ ਉਹ ਜਾਣਦਾ ਹੈ ਉਹ ਉਹਦੇ ਸਾਹਮਣੇ ਰੱਖ ਕੇ ਉਹਦੇ ਨਾਲ ਰਲਾ ਕੇ ਅਸੀਂ ਉਹਨਾਂ ਸ਼ੈਵਾਂ ਨੂੰ ਉਹਦੀ ਪਛਾਣ ਕਰਾਈਏ ਜਿਨ੍ਹਾਂ ਨੂੰ ਉਹ ਨਹੀਂ ਜਾਣਦਾ ਤੇ ਉਹ ਜਲਦੀ ਅੱਗੇ ਵੱਧ ਸਕਦਾ ਹੈ। ਬਿਲਕੁਲ ਐਸੇ ਤਰ੍ਹਾਂ ਜਿਸ ਤਰ੍ਹਾਂ ਕਿ ਅਸੀਂ ਬੱਚੇ ਨੂੰ ਪਹਿਲੇ ਇੱਕ ਲਫ਼ਜ਼ ਜਾਂ ਇੱਕ ਸੇਬ ਖਾਣ ਨੂੰ ਦਿੰਦੇ ਹਾਂ, ਅਗਰ ਅਸੀਂ ਉਹਦੇ ਕੋਲ 2 ਸੇਬ ਰੱਖ ਦਿਆਂਗੇ ਔਰ ਫਿਰ ਉਹਨੂੰ ਦੱਸਾਂਗੇ ਕਿ ਇਹ ਇੱਕ ਸੇਬ, ਇਹ ਤੇਰਾ ਦੂਸਰਾ ਸੇਬ, ਤੇ ਉਸ ਬੱਚੇ ਕੋਲ ਗਿਣਤੀ ਸਿੱਖਣ ਦੀ ਸਲਾਹੀਅਤ ਵਧਣੀ ਸ਼ੁਰੂ ਹੋ ਜਾਏਗੀ। ਇਹੀ ਕੰਮ ਟੌਫੀਆਂ, ਗੋਲੀਆਂ, ਚਾਕਲੇਟ ਜਾਂ ਉਹਦੀ ਮਨਪਸੰਦ ਸ਼ੈ ਦੇ ਜ਼ਰੀਏ ਕੀਤਾ ਜਾ ਸਕਦਾ ਹੈ, ਜਿਹਦੇ ਨਾਲ ਕਿ ਉਸ ਬੱਚੇ ਦਾ ਆਪਣੇ ਸਿੱਖਣ ਦਾ ਰੁਝਾਨ ਜਿਹੜਾ ਹੈ ਵਧਣਾ ਸ਼ੁਰੂ ਹੋ ਜਾਏਗਾ ਔਰ ਉਹ ਬਹੁਤ ਜਲਦ ਗਿਣਤੀ 1 ਤੋਂ 10 ਤੱਕ ਆਸਾਨੀ ਨਾਲ ਸਿੱਖ ਲਏਗਾ, ਬੋਲ ਲਏਗਾ ਕਿ ਮੈਨੂੰ 3 ਚੀਜ਼ਾਂ ਚਾਹੀਦੀਆਂ, ਮੈਨੂੰ 5 ਚੀਜ਼ਾਂ ਚਾਹੀਦੀਆਂ, ਮੈਨੂੰ 2 ਚਾਹੀਦੀਆਂ।
ਇਸੇ ਤਰ੍ਹਾਂ ਜਦੋਂ ਕਿਸੇ ਕੌਮ ਦੀ ਤਰੱਕੀ ਦਾ ਮੁਕੰਮਲ ਜਿਹੜਾ ਦਾਰੋਮਦਾਰ ਹੈ ਉਹ ਅਸੀਂ ਦੇਖਦੇ ਹਾਂ ਕਿ ਮੁੱਢਲੀ ਤਾਲੀਮ ਦੇ ਉੱਤੇ ਹੀ ਹੁੰਦਾ ਹੈ ਤੇ ਤਾਲੀਮ ਹੀ ਹੈ ਜਿਹੜੀ ਇਸ ਮਕੂਲੇ ਨੂੰ ਦੇਖੀਏ ਤੇ ਸੱਚ ਜਾਪਦਾ ਹੈ ਕਿ ਤੁਸੀਂ ਮੈਨੂੰ ਪੜ੍ਹੀਆਂ ਲਿਖੀਆਂ ਮਾਵਾਂ ਦਿਓ, ਮੈਂ ਤੁਹਾਨੂੰ ਪੜ੍ਹੀ ਲਿਖੀ ਕੌਮ ਦਿਆਂਗਾ। ਇਹ ਗੱਲ ਮੁੱਢਲੀ ਤਾਲੀਮ ਦੀ। ਸਵਾਲ ਹੈ ਕਿ ਮੁੱਢਲੀ ਤਾਲੀਮ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਤੇ ਕਿੰਜ ਲਾਗੂ ਕੀਤੀ ਜਾਏ, ਕਿਸ ਤਰ੍ਹਾਂ ਉਹਦੇ ਰਾਹੀਂ ਬਾਲ ਕਾਮਯਾਬ ਜਵਾਨ ਬਣ ਕੇ ਸਾਹਮਣੇ ਆਣ। ਮੁਫੱਕਰਾਂ ਮੁਜਬ ਜੇ ਬਾਲ ਨੂੰ ਰਿਆਜ਼ੀ ਦੇ ਨਾਲ ਜ਼ੁਬਾਨ ਦੀ ਤਾਲੀਮ ਦੇ ਦਿੱਤੀ ਜਾਏ ਤੇ ਉਹਦਾ ਜ਼ਿਹਨ ਅਜਿਹਾ ਖੁੱਲ ਜਾਂਦਾ ਹੈ ਕਿ ਹਰ ਮਜ਼ਮੂਨ ਨੂੰ ਪੜ੍ਹਨ, ਸਿੱਖਣ, ਲਿਖਣ ਤੇ ਜਜ਼ਬ ਕਰਨ ਦੀ ਸਲਾਹੀਅਤ ਪਾ ਲੈਂਦਾ ਹੈ। ਜੇ ਮੁੱਢਲੀ ਪ੍ਰਾਇਮਰੀ ਤਾਲੀਮ ਦਾ ਨਿਸਾਬ ਸਿਰਫ 2 ਕਿਤਾਬਾਂ ਦਾ ਹੋਏ ਤਾਂ ਬਾਲਾਂ ਉੱਤੇ ਕਿਤਾਬਾਂ ਦੀ ਤਾਦਾਦ ਦਾ ਬੋਝ ਵੀ ਘਟ ਸਕਦਾ ਹੈ। ਜਿਸ ਤਰ੍ਹਾਂ ਕਿ ਮੁੱਢਲੇ ਨਿਸਾਬ ਵਿੱਚ ਅਗਰ ਰਿਆਜ਼ੀ ਤੇ ਜ਼ੁਬਾਨ ਨੂੰ ਸ਼ਾਮਲ ਕੀਤਾ ਜਾਏ, ਸਿਰਫ 2 ਮਜ਼ਮੂਨ, ਰਿਆਜ਼ੀ ਯਾਨੀ ਹਿਸਾਬ, ਇਹਦੇ ਵਿੱਚ ਉਹਨਾਂ ਨੂੰ ਬੁਨਿਆਦੀ ਅੱਖਰ ਸਿਖਾਏ ਜਾਣਗੇ ਤੇ ਜ਼ੁਬਾਨ ਦੇ ਵਿੱਚ 3 ਜ਼ੁਬਾਨਾਂ ਦੇ ਦਿੱਤੀਆਂ ਜਾਣ, ਮਾਦਰੀ ਜ਼ੁਬਾਨ, ਮਾਂ ਬੋਲੀ, ਕੌਮੀ ਜ਼ੁਬਾਨ, ਨੈਸ਼ਨਲ ਲੈਂਗੁਏਜ, ਬੈਨ ਅਲ-ਅਕਵਾਮੀ ਜ਼ੁਬਾਨ, ਇੰਟਰਨੈਸ਼ਨਲ ਲੈਂਗੁਏਜ। ਇਸ ਮਵਾਦ ਵਿੱਚ ਜਰਨਲ ਨੌਲੇਜ ਦਾ ਮਵਾਦ ਬੈਨ ਅਲ-ਅਕਵਾਮੀ ਜ਼ੁਬਾਨ ਵਿੱਚ ਅਗਰ ਪੜ੍ਹਾਇਆ ਜਾਏ, ਨਾਲ ਹੀ ਬੁਨਿਆਦੀ ਮੁੱਢਲੇ ਅੱਖਰ ਤੇ ਲਫ਼ਜ਼ਾਂ ਦੀ ਘੜਤ 3 ਜ਼ੁਬਾਨਾਂ ਵਿੱਚ ਕੀਤੀ ਜਾਏ, ਜਿਸ ਤਰ੍ਹਾਂ ਕਿ ਏ ਮਿੰਟ ਰਿਮੇਨਿੰਗ ਵਰਡ ਏ ਵਰਡ 1 ਯਾਨੀ ਅਲਿਫ ਜਿਹੜਾ ਅਸੀਂ ਕਹਿੰਦੇ ਆ, ਤੁਸੀਂ ਅ ਦੀ ਆਵਾਜ਼ ਗੁਰਮੁਖੀ ਜਿਸ ਤਰ੍ਹਾਂ ਦਿੰਦੇ ਹੋ, ਇਹ ਤਿੰਨੋਂ ਵਰਡ ਅਸੀਂ ਐਪਲ, ਅਨਾਰ ਤੇ ਅੰਬ ਇਹ ਬੱਚੇ ਨੂੰ ਇੱਕੋ ਟਾਈਮ ਤੇ ਦੱਸ ਸਕਦੇ ਹਾਂ, ਜਿਹਦੇ ਨਾਲ ਕਿ ਉਸ ਨੂੰ ਸਾਊਂਡ ਅ ਸਾਊਂਡ ਜਿਹੜੀ ਹੈ 3 ਤੋਂ 5 ਸਾਲ ਦਾ ਬੱਚਾ ਈਜ਼ੀਲੀ ਪਿਕ ਕਰ ਸਕਦਾ ਹੈ। ਇਸੇ ਤਰ੍ਹਾਂ ਜਿਸ ਵੇਲੇ ਅਸੀਂ ਬੁਨਿਆਦੀ ਰਿਆਜ਼ੀ ਹੁਣ ਸਿਖਾਉਂਦੇ ਹਾਂ, ਮੈਥਮੈਟਿਕਸ, ਉੱਥੇ ਅਸੀਂ 1 ਇੱਕ ਲਿਖਦੇ ਹਾਂ ਵਰਡ, ਉਹਦੇ ਨਾਲ ONE ਤੇ ਉਹਦੇ ਨਾਲ ਇੱਕ, ਇਹ ਬੋਲਣ ਵਿੱਚ ਅਸੀਂ ਉਹਨੂੰ ਦੱਸਦੇ ਹਾਂ। ਹਾਲੀ ਉਹਨੂੰ ਪਹਿਚਾਨ ਨਹੀਂ ਕਿ O ਕੀ ਹੈ, N ਕੀ ਹੈ, E ਕੀ ਹੈ, ਬਟ ਵਰਡ 1 ਉਹ ਬੋਲ ਸਕਦਾ ਹੈ, ਉਹ ਇੱਕ ਬੋਲ ਸਕਦਾ ਹੈ, ਔਰ ਜਿਸ ਇਲਾਕੇ ਦਾ ਉਹ ਰਹਿਣ ਵਾਲਾ ਹੈ ਉੱਥੋਂ ਦੀ ਜਿਹੜੀ ਜ਼ੁਬਾਨ ਹੈ ਉਸ ਨੂੰ ਵੀ ਬੋਲ ਸਕਦਾ ਹੈ। ਮੌਂਟੇਸੋਰੀ ਦੇ ਵਿੱਚ ਜ਼ੁਬਾਨੀ ਅੱਖਰ ਜਿਹੜੇ ਨੇ 1 ਤੋਂ 10 ਤੱਕ ਬੱਚੇ ਨੂੰ ਸੁਣਾਏ ਜਾ ਸਕਦੇ ਨੇ